ਨਵਜੋਤ ਸਿੱਧੂ ਨੇ ਮਹਿੰਗਾਈ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਿਆ। ਪੰਜਾਬ ਦੇ ਵਿੱਚ ਹਾਥੀ ਤੇ ਚੜ ਕੇ ਕੀਤਾ ਪ੍ਰਦਰਸ਼ਨ, ਕਿਹਾ ਜਾਮ ਲੋਕਾਂ ਦੀ ਹੋਈ ਦਾਲ ਰੋਟੀ ਔਖੀ। ਨਵਜੋਤ ਸਿੱਧੂ ਦੀ ਵਧੇਗੀ ਮੁਸ਼ਕਿਲ, ਜਾਂ ਮਿਲੇਗੀ ਰਾਹਤ। 34 ਸਾਲ ਪੁਰਾਣੇ ਰੋਡ ਰੇਸ ਕੇਸ ਦੇ ਵਿੱਚ ਅੱਜ ਜਾਵੇਗਾ ਫੈਸਲਾ। ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਾਈ ਹੋਈ ਹੈ ਰਿਵਿਊ ਪਟੀਸ਼ਨ। ਪੰਜਾਬ ਦੇ ਵਿੱਚ ਜਲਦ ਬਣ ਸਕਦੀ ਹੈ ਨਵੀਂ ਐਕਸਾਈਜ਼ ਪਾਲਿਸੀ। ਮੁੱਖ ਮੰਤਰੀ ਮਾਨ ਅਧਿਕਾਰੀ ਦੇ ਨਾਲ ਕਰ ਰਹੇ ਬੈਠਕ। ਐਕਸਾਈਜ਼ ਪਾਲਿਸੀ ਵਿੱਚ ਹੋ ਸਕਦੇ ਨੇ ਵੱਡੇ ਬਦਲਾਅ। ਹਰਿਆਣਾ ਦੇ ਕਾਂਗਰਸ ਆਗੂ ਕੁਲਦੀਪ ਬਿਸ਼ਨੋਈ ਦੇ ਬੀਜੇਪੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਤੇਜ਼। ਕੱਲ੍ਹ ਦੇਰ ਸ਼ਾਮ ਸੀਐਮ ਮਨੋਹਰ ਦਲਾਲ ਦੇ ਨਾਲ ਕੀਤੀ ਮੁਲਾਕਾਤ। ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਨੇ ਬਿਸ਼ਨੋਈ। ਫਿਰ ਬੌਖਲਾਇਆ ਐਸਐਫਜੇ ਦਾ ਗੁਰਪਤਵੰਤ ਪੰਨੂ। ਹੁਣ ਹਰਿਆਣਾ ਦੇ ਸੀਐਮ ਅਤੇ ਗ੍ਰਹਿ ਮੰਤਰੀ ਨੂੰ ਦਿੱਤੀ ਗਿੱਦੜ ਧਮਕੀ, ਕਿਹਾ ਹਰਿਆਣਾ ਦੇ ਵਿੱਚ ਵੀ ਕਰਵਾਵਾਂਗੇ ਖਾਲਿਸਤਾਨ ਰੈਫਰੰਡਮ। ਫਿਰ ਵਧੇ ਐਲਪੀਜੀ ਸਿਲੰਡਰ ਦੇ ਰੇਟ। ਸਿਲੰਡਰ ਦੀ ਕੀਮਤ ਦੇ ਵਿੱਚ 3.5 ਰੁਪਏ ਦਾ ਵਾਧਾ। ਕਮਰਸ਼ੀਅਲ ਸਿਲੰਡਰ ਵੀ 8 ਰੁਪਏ ਹੋਇਆ ਮਹਿੰਗਾ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੁਕਤਸਰ ਤੋਂ। ਮੁਕਤਸਰ ਦੇ ਵਿੱਚ ਸੜਕ ਤੇ ਹਾਈ ਵੋਲਟੇਜ ਡਰਾਮਾ ਹੋਇਆ। ਦੱਸੀ ਕਿ ਮਹਿਲਾ ਸਰਪੰਚ ਦੇ ਪਤੀ ਦੇ ਨਾਲ ਕੁੱਟਮਾਰ ਹੋਈ ਹੈ ਔਰ ਮਹਿਲਾ ਤੇ ਉਸਦੇ ਪਰਿਵਾਰ ਨੇ ਸੜਕ ਵਿਚਾਲੇ ਗੱਡੀ ਘੇਰੀ ਹੈ ਔਰ ਗੱਡੀ ਘੇਰ ਕੇ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੁੱਟਮਾਰ ਹੋਈ ਹੈ ਔਰ ਇੱਕ ਆਡੀਓ ਦੇ ਮਸਲੇ ਨੂੰ ਲੈ ਕੇ ਕੁੱਟਮਾਰ ਕੀਤੀ ਗਈ ਹੈ। ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਮਹਿਲਾ ਤੇ ਉਸਦੇ ਪਤੀ ਦੇ ਵੱਲੋਂ। ਮਹਿਲਾ ਨੇ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਤਾਂ ਗੱਡੀ ਜਿਹੜੀ ਹੈ ਉਹ ਬਕਾਇਦਾ ਘੇਰੀ ਗਈ ਤਾਂ ਜਿਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਹੈ। ਤਸਵੀਰਾਂ ਵੀ ਸਾਫ਼ ਤੌਰ ਤੇ ਸਾਹਮਣੇ ਆ ਚੁੱਕੀਆਂ ਨੇ ਮੌਕੇ ਦੀਆਂ। ਕਥਿਤ ਆਡੀਓ ਦੇ ਜ਼ਰੀਏ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਗਿਆ। ਦਰਅਸਲ ਕੁੱਟਮਾਰ ਕਰ ਰਹੀ ਮਹਿਲਾ ਨੇ ਇਲਜ਼ਾਮ ਇਹ ਲਗਾਇਆ ਕਿ ਸਰਪੰਚ ਦੇ ਪਤੀ ਨੇ ਉਸਦੀ ਬਦਨਾਮੀ ਕੀਤੀ ਹੈ। ਇਸ ਸ਼ਖਸ ਨੇ ਵੱਖ-ਵੱਖ WhatsApp ਗਰੁੱਪਾਂ ਦੇ ਵਿੱਚ ਇੱਕ ਆਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਮਹਿਲਾ ਬਾਰੇ ਅਪਮਾਨਜਨਕ ਗੱਲਬਾਤ ਕਰ ਰਿਹਾ। ਉਸ ਤੇ ਗੁੱਸੇ ਦੇ ਵਿੱਚ ਆ ਕੇ ਮਹਿਲਾ ਤੇ ਉਸਦੇ ਪਰਿਵਾਰ ਨੇ ਕੁੱਟਮਾਰ ਕੀਤੀ। ਕਿਸਾਨਾਂ ਦਾ ਕਹਿੰਦੇ ਮੈਂ ਕਿਸਾਨ ਨੇਤਾ। ਆ ਵੇਲੋ ਪੀਵੀਤੀ ਗੱਡੀ ਨੰਬਰ ਇਹ ਸਰ ਕਿਹਦੇ ਨਾਲ ਗੱਲ ਆੜੇ ਨੂੰ ਬਾਈ ਜੀ ਮੇਰਾ ਇਹ ਜਿਹੜੀ ਤੂੰ ਆਡੀਓ ਕਰਦਾ ਨਾ ਬਾਈ ਜੀ ਮੇਰਾ ਤੁਸੀਂ ਨਹੀਂ ਕਹਿ ਮੈਂ ਸੌਂ ਪਾਉਣਾ। ਤੁਸੀਂ ਪਤਾ ਕਰੋ ਮੇਰਾ ਨੰਬਰ ਦਾ ਪਤਾ ਕਰਾਓ। ਤੇਰੇ ਅਸੀਂ ਨੰਬਰ ਦੇੜੀ ਤੂੰ ਕਹਿੰਦੇ ਮੈਂ ਕਾਰਵਾਈ ਨਹੀਂ ਉਹ ਜਿੰਨਾ ਦਾ ਫੋਨ ਤੋਂ ਤੁਸੀਂ ਫੋਨ ਨੰਬਰ ਦਾ ਵੇਖੋ ਕਿਹਦੇ ਤੋਂ ਆਈ ਹੈ। ਨੰਬਰ ਕਿਹਦੇ ਤੋਂ ਆਈ ਹੈ। ਨੰਬਰ ਸਾਨੂੰ ਨਹੀਂ ਪਤਾ ਕਿਹਦੇ ਤੋਂ ਆਈ ਆ। ਤੇਰੀ ਆਖਿਰਕਾਰ ਸਾਰਾ ਮਾਮਲਾ ਕੀ। ਅਸ਼ਫਾਕ ਰੂਡੀ ਨੇ ਸਾਡੇ ਨਾਲ ਫੋਨ ਲਾਈਨ ਤੇ ਪੱਤਰਕਾਰ। ਅਸ਼ਫਾਕ, ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਕੁੱਟਮਾਰ ਹੋ ਰਹੀ ਹੈ ਉਸਦਾ ਆਪਣਾ ਇੱਕ ਬਿਆਨ ਹੈ ਤੇ ਦੂਸਰੇ ਪਾਸੇ ਇਹ ਪਰਿਵਾਰ ਦਾ ਆਪਣਾ ਬਿਆਨ ਹੈ। ਜੀ ਬਿਲਕੁਲ, ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਹਦੇ ਵੱਲੋਂ ਗਲਤੀ ਕੀਤੀ ਗਈ ਹੈ। ਲੇਕਿਨ ਜਿਹੜੇ ਮਹਿਲਾ ਹੈ ਉਸ ਵਿਅਕਤੀ ਨੂੰ ਕੁੱਟ ਰਹੀ ਹੈ, ਉਸਦੀ ਕੁੱਟਮਾਰ ਕਰ ਰਹੀ ਹੈ, ਉਸ ਦਾ ਇਹ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕੋਈ ਪਤੀ ਸ਼ਬਦਾਵਲੀ ਜਾਂ ਕਿਸੇ ਤਰ੍ਹਾਂ ਦੀ ਗਲਤ ਟਿੱਪਣੀ ਕੀਤੀ ਗਈ ਹੈ। ਲੇਕਿਨ ਉਸ ਵਿਅਕਤੀ ਦੇ ਵੱਲੋਂ ਜਿਸ ਦੇ ਵੱਲੋਂ ਨਾਲ ਕੁੱਟਮਾਰ ਹੋ ਰਹੀ ਹੈ ਉਸਦਾ ਵੀ ਇਹ ਕਹਿਣਾ ਹੈ ਕਿ ਇਹ ਮੇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਆਡੀਓ ਜਾਂ ਵਾਇਰਲ ਨਹੀਂ ਕੀਤੀ ਗਈ। ਜੀ ਠੀਕ ਹੈ ਅਸ਼ਫਾਕ, ਧੰਨਵਾਦ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਮਸਲਾ ਜਿਹੜਾ ਇਸ ਵੇਲੇ ਗੰਭੀਰ ਬਣਿਆ ਜਦੋਂ ਇਹ ਸੜਕ ਤੇ ਗੱਡੀ ਰੋਕੀ ਗਈ ਔਰ ਬਾਕਾਇਦਾ ਕੁੱਟਮਾਰ ਕੀਤੀ ਗਈ। ਮਹਿਲਾ ਜਿਹੜੀ ਤਸਵੀਰਾਂ 'ਚ ਨਜ਼ਰ ਆ ਰਹੀ ਹੈ ਉਸਦਾ ਪਤੀ ਨਜ਼ਰ ਆ ਰਿਹਾ ਤਾਂ ਕੁਝ ਹੋਰ ਨੌਜਵਾਨ ਨੇ। ਔਰ ਜੇਕਰ ਇਸ ਸ਼ਖਸ ਦੀ ਗੱਲ ਕੀਤੀ ਜਾਏ ਤਾਂ ਉਸਦਾ ਕਹਿਣਾ ਕਿ ਮੇਰੇ ਤੇ ਲਗਾਏ ਗਏ ਸਾਰੇ ਇਲਜ਼ਾਮ ਜਿਹੜੇ ਨੇ ਉਹ ਬਿਲਕੁਲ ਬੇਬੁਨਿਆਦ ਨੇ। ਕਿਸਾਨਾਂ ਦਾ ਕਹਿੰਦੇ ਮੈਂ ਕਿਸਾਨ ਨੇਤਾ। ਆ ਵੇਲੋ ਪੀਵੀਤੀ ਗੱਡੀ ਨੰਬਰ ਇਹ ਸਰ ਕਿਹਦੇ ਨਾਲ ਗੱਲ
ਫੜ ਇਹਨੂੰ ਪੁੱਛ। ਬਾਈ ਜੀ ਮੇਰਾ ਇਹ ਜਿਹੜੀ ਤੂੰ ਆਡੀਓ ਕਰਦਾ ਨਾ ਬਾਈ ਜੀ ਮੇਰਾ ਮਾਰ ਰਹੇ ਤੁਸੀਂ ਨਹੀਂ ਕਹਿ ਰਹੇ ਮੈਂ ਸੌਂ ਪਾਉਣਾ ਤੁਸੀਂ ਪਤਾ ਕਰੋ ਮੇਰਾ ਨੰਬਰ ਦਾ ਪਤਾ ਕਰਾਓ ਮੇਰਾ ਤੇਰੇ ਅਸੀਂ ਨੰਬਰ ਦੇਣੀ ਤੂੰ ਕਹਿੰਦੀ ਮੈਂ ਕਾਰਵਾਈ ਨਹੀਂ ਉਹ ਜਿਨ੍ਹਾਂ ਦੇ ਫੋਨ ਤੋਂ ਤੁਸੀਂ ਫੋਨ ਨੰਬਰ ਦਾ ਵੇਖੋ ਕਿਹਦੇ ਤੋਂ ਆਈ ਹੈ ਨੰਬਰ ਕਿਹਦੇ ਤੋਂ ਆਈ ਹੈ ਨੰਬਰ ਸਾਨੂੰ ਨਹੀਂ ਪਤਾ ਕਿਹਦੇ ਤੋਂ ਆਈ ਆ ਇਹ ਤੇਰੀ ਬਾਈ ਜੀ ਮੇਰਾ ਫੋਨ ਕਰੋ ਮੇਰੇ ਗੱਲ ਤੋੜ ਪਰੇ ਮੇਰੇ ਗੱਲ ਸੁਣ ਲਓ ਇਧਰ ਬਾਹਰ ਨਿਕਲਾ ਨਾ ਓਏ ਬਾਹਰ ਨਿਕਲਾ ਕਿਸਾਨਾਂ ਦਾ ਕਹਿੰਦੇ ਮੈਂ ਕਿਸਾਨ ਨੇਤਾ ਆ ਵੇਲੋ ਪੀਵੀਤੀ ਗੱਡੀ ਨੰਬਰ ਇਹ ਸਰ ਓਏ ਕਿਹਦੇ ਨਾਲ ਗੱਲ ਗੇ ਫੜ ਇਹਨੂੰ ਪੁੱਛ। ਬਾਈ ਜੀ ਮੇਰਾ ਇਹ ਜਿਹੜੀ ਤੂੰ ਆਡੀਓ ਕਰਦਾ ਨਾ ਬਾਈ ਜੀ ਮੇਰਾ ਮਾਰ ਰਹੇ ਤੁਸੀਂ ਨਹੀਂ ਕਹਿ ਰਹੇ ਮੈਂ ਸੌਂ ਪਾਉਣਾ ਤੁਸੀਂ ਪਤਾ ਕਰੋ ਮੇਰਾ ਨੰਬਰ ਦਾ ਪਤਾ ਕਰਾਓ ਮੇਰਾ ਤੇਰੇ ਅਸੀਂ ਨੰਬਰ ਦੇਣੀ ਤੂੰ ਕਹਿੰਦੀ ਮੈਂ ਕਾਰਵਾਈ ਨਹੀਂ ਤਾਂ ਮਸਲਾ ਇੱਕ ਆਡੀਓ ਨੂੰ ਲੈ ਕੇ ਸੀ ਪਰ ਹਾਈ ਵੋਲਟੇਜ ਡਰਾਮਾ ਸੜਕ ਤੇ ਜ਼ਰੂਰ ਵੇਖਣ ਨੂੰ ਮਿਲਿਆ। ਅੱਗੇ ਵਾਧਿਆ ਗੱਲ ਕਰਾਂਗੇ ਮਹਿੰਗਾਈ ਦੀ ਔਰ ਮਹਿੰਗਾਈ ਦੇ ਖਿਲਾਫ ਕਾਂਗਰਸ ਦਾ ਹੱਲਾ ਬੋਲ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਦਾ ਪ੍ਰਦਰਸ਼ਨ ਨਜ਼ਰ ਆਇਆ ਔਰ ਇੱਕ ਅਨੋਖਾ ਪ੍ਰਦਰਸ਼ਨ ਨਵਜੋਤ ਸਿੰਘ ਸਿੱਧੂ ਕਰਦੇ ਹੋਏ ਨਜ਼ਰ ਆਏ ਨੇ। ਦੱਸੇ ਕਿ ਹਾਥੀ ਤੇ ਚੜ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਔਰ ਦਾਲ ਰੋਟੀ ਖਾਣੀ ਲੋਕਾਂ ਨੂੰ ਔਖੀ ਹੋ ਚੁੱਕੀ ਹੈ। ਉਦਾਹਰਨ ਦਿੱਤੀ ਗਈ ਕਿਸ ਤਰ੍ਹਾਂ ਦੇ ਨਾਲ ਰੋਜ਼ਾਨਾ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਨੇ, ਖਾਣ ਵਾਲਾ ਸਰੋਂ ਦਾ ਤੇਲ ਵਧ ਰਿਹਾ, ਇਸ ਤੋਂ ਇਲਾਵਾ ਹਰ ਇੱਕ ਚੀਜ਼ ਮਹਿੰਗੀ ਹੈ। ਸੋ 10,000 ਦੀ ਤਨਖਾਹ ਦੀ ਕੀਮਤ ਜਿਹੜੀ ਹੈ ਕੁਝ ਵੀ ਨਹੀਂ ਰਹੀ ਹੈ, ਅੱਜ 3,000 ਦੇ ਬਰਾਬਰ ਹੋ ਚੁੱਕੀ ਹੈ। ਪੈਟਰੋਲ ਡੀਜ਼ਲ ਸਭ ਮਹਿੰਗਾ ਹੋ ਰਿਹਾ। ਸੋ ਦੱਸੇ ਕਿ ਅੱਜ ਵੀ ਕਮਰਸ਼ੀਅਲ ਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਜਦੋਂ ਵਾਧਾ ਹੋਇਆ ਤਾਂ ਜਿਸ ਤੋਂ ਬਾਅਦ ਉਹਨੇ ਪ੍ਰਦਰਸ਼ਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨਜ਼ਰ ਆਏ ਨੇ। ਦੋ ਤਸਵੀਰਾਂ ਨੇ ਮਹਿੰਗਾਈ ਦੇ ਖਿਲਾਫ ਹੱਲਾ ਬੋਲ ਔਰ ਸਿੱਧੂ ਦੇ ਵੱਲੋਂ ਹਾਥੀ ਦੀ ਸਵਾਰੀ। ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਮਹਿੰਗਾਈ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ। ਮੈਂ ਕਿਲਾ ਚੌਕ ਦੇ ਵਿੱਚ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਾਂਗਰਸੀ ਵਰਕਰ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਖੁਦ ਨਵਜੋਤ ਸਿੰਘ ਸਿੱਧੂ ਹਾਥੀ ਦੇ ਉੱਪਰ ਸਵਾਰ ਨੇ ਕਿ ਇਹ ਦੱਸਿਆ ਜਾ ਰਿਹਾ ਕਿ ਹਾਥੀ ਜਿਹੜੇ ਰੇਟ ਨੇ ਉਹ ਹਾਥੀ ਦੀ ਤਰ੍ਹਾਂ ਉਚਾਈ ਤੇ ਪਹੁੰਚ ਚੁੱਕੇ ਨੇਗੇ। ਪਾਰਟੀ ਵਰਕਰਾਂ ਦੇ ਨਾਲ ਸਿਲੰਡਰ ਫੜਿਆ ਹੋਇਆ, ਇੱਕ ਡੰਮੀ ਸਿਲੰਡਰ ਫੜ ਕੇ ਨਵਜੋਤ ਸਿੰਘ ਸਿੱਧੂ ਖੁਦ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਮਹਿੰਗਾਈ ਦੇ ਵਿਰੁੱਧ ਚੱਲ ਰਿਹਾ ਇਹ ਪ੍ਰਦਰਸ਼ਨ ਕਾਂਗਰਸੀ ਵਰਕਰਾਂ ਦਾ ਅੱਗੇ ਕਿਲਾ ਚੌਕ ਦੇ ਵਿੱਚ ਜਾ ਕੇ ਸਮਾਪਤ ਹੋਊਗਾ ਤੇ ਨਵਜੋਤ ਸਿੰਘ ਸਿੱਧੂ ਖੁਦ ਉੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ। ਨਵਜੋਤ ਸਿੰਘ ਸਿੱਧੂ ਅੱਜ ਸਹੀ ਇੱਥੇ ਜਦੋਂ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਖੁਦ ਨਵਜੋਤ ਸਿੰਘ ਸਿੱਧੂ ਨੇ ਵੱਧਦੀ ਮਹਿੰਗਾਈ ਦੇ ਖਿਲਾਫ ਇਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਆ ਕਿਉਂਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਦੇ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਫਿਲਹਾਲ ਉਹਨਾਂ ਦੇ ਨਾਲ ਰਾਜਪੁਰਾ ਤੋਂ ਸਾਬਕਾ ਵਿਧਾਇਕ ਨੇ ਜਿਹੜੇ ਹਰਦਿਆਲ ਕੰਬੋਜ ਵੀ ਪਹੁੰਚੇ ਹੋਏ ਨੇ। ਦੂਜੇ ਜਿਹੜੇ ਕਾਂਗਰਸੀ ਆਗੂ ਨੇਗੇ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨੇ। ਹਾਥੀ ਦੇ ਉੱਪਰ ਨਿਵੇਕਲਾ ਪ੍ਰਦਰਸ਼ਨ, ਹਾਥੀ ਦੇ ਉੱਪਰ ਨਵਜੋਤ ਸਿੰਘ ਸਿੱਧੂ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂ ਗੌਰਵ ਸੰਧੂ ਮੌਜੂਦ। ਗੌਰਵ ਜੀ, ਕਿਸ ਤਰ੍ਹਾਂ ਦਾ ਪ੍ਰਦਰਸ਼ਨ ਨਵੀਂ ਨਿਵੇਕਲਾ? ਬਿਲਕੁਲ ਜੀ, ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਮਹਿੰਗਾਈ ਵੱਧ ਰਹੀ ਹੈ ਉਹਦੇ ਖਿਲਾਫ ਪੰਜਾਬ ਦਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਮੋਦੀ ਸਰਕਾਰ ਦੀਆਂ ਜੋ ਨਾਕਾਮੀਆਂ ਨੇ ਉਹਨਾਂ ਨੂੰ ਲੋਕਾਂ ਵਿੱਚ ਲੈ ਕੇ ਜਾ ਰਹੇ ਨੇ ਤੇ ਸੰਘਰਸ਼ ਸਿੱਧੂ ਸਾਹਿਬ ਜਾਰੀ ਰੱਖਣਗੇ। ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਨਵਜੋਤ ਸਿੰਘ ਸਿੱਧੂ ਨੇ। ਕਾਂਗਰਸੀ ਵਰਕਰ ਨੇ ਸਾਬਕਾ ਜਿਹੜੇ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਆਏ ਨੇ ਤੇ ਜਿਹੜਾ ਕਾਫਲਾ ਹੈਗਾ ਉਹਨਾਂ ਦਾ ਅੱਗੇ ਲਗਾਤਾਰ ਵਧ ਰਿਹਾ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ। ਅੱਜ ਰਿਕੁਐਸਟ ਕਰਦਾ ਸੈਂਟਰ ਦੀ ਸਰਕਾਰ ਨੂੰ ਔਰ ਸੈਂਟਰ ਦੇ ਨਾਲ ਪੰਜਾਬ ਸਰਕਾਰ ਨੂੰ ਕਿ ਰਲ ਮਿਲ ਕੇ ਉਹ GST ਦੀਆਂ ਕਮੋਡਿਟੀਜ਼ ਜਿਹੜੀਆਂ ਹੈਗੀਆਂ ਨੇ ਉਹਦੇ ਤੇ ਰੇਟ ਘਟਾਉਣ, ਪੈਟਰੋਲ ਡੀਜ਼ਲ ਦੇ ਰੇਟ ਘਟਾਉਣ ਔਰ ਇਕੱਠੇ ਰਲ ਮਿਲ ਕੇ ਗਰੀਬ ਮਜ਼ਦੂਰ ਕਿਸਾਨ ਦਾ ਭਾਰ ਘਟਾਉਣ ਔਰ ਉਹਨੂੰ ਇੱਜ਼ਤ ਦੀ ਰੋਟੀ। ਸਿੰਘ ਸਿੱਧੂ ਤਾਂ ਸਾਫ਼ ਤੌਰ ਤੇ ਸਿੱਧੂ ਦੇ ਵੱਲੋਂ ਹਾਥੀ ਦੀ ਸਵਾਰੀ ਜਿਹੜੀ ਹੈ ਉਹ ਕੀਤੀ ਗਈ ਹੈ। ਦੱਸੀ ਕਿ ਹਾਥੀ ਦੀ ਸਵਾਰੀ ਉਹਨਾਂ ਦੇ ਵੱਲੋਂ ਕਰਕੇ ਇੱਕ ਸਿੰਬੋਲਿਕ ਪ੍ਰੋਟੈਸਟ ਕੀਤਾ ਗਿਆ ਤਾਂ ਕਿ ਮਹਿੰਗਾਈ ਦੇ ਖਿਲਾਫ ਜਿਹੜਾ ਆਵਾਜ਼ ਉੱਚੀ ਚੁੱਕੀ ਜਾ ਸਕੇ। ਜਿਸ ਤਰ੍ਹਾਂ ਦੇ ਨਾਲ ਰੋਜ਼ਾਨਾ ਦੇ ਵਾਂਗ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਔਰ ਅੱਜ ਵੀ ਕਮਰਸ਼ੀਅਲ ਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ ਨੇ।
ਅੱਜ ਹਾਥੀ ਮੰਗਾਇਆ ਸੀ ਔਰ ਉਹ ਦੇਖੋ ਕੀ ਲਿਖਿਆ, ਐਲੀਫੈਂਟ ਰਾਈਜ਼ ਇਨ ਪ੍ਰਾਈਸਿਸ। ਇਹਦੇ ਤੇ ਮੈਂ ਚਾਹਨਾ ਸੀ ਪਰ ਆ ਬੋਰਡ ਆ ਗਿਆ, ਹੁਣ ਮੈਂ ਚੜੂਗਾ ਵੀ, ਤੁਸੀਂ ਦੇਖਿਓ। ਸਮਝੋ ਨਹੀਂ, ਐਲੀਫੈਂਟ ਰਾਈਜ਼ ਇਨ ਪ੍ਰਾਈਸਿਸ ਦਾ ਮਤਲਬ ਇਹ ਹੈ ਕਿ ਜਿਵੇਂ ਸਥੂਲ ਰੂਪ 'ਚ ਹਾਥੀ ਵੱਧਦਾ ਉਸ ਤਰੀਕੇ ਦੇ ਵਿੱਚ ਇਸ ਸੂਬੇ ਔਰ ਦੇਸ਼ ਦੇ ਵਿੱਚ ਪ੍ਰਾਈਸਿਸ ਵੱਧ ਰਹੀਆਂ। ਇਹਦਾ ਹੱਲ ਹੈ ਜਿਹੜੀਆਂ GST ਦੀਆਂ ਕਾਮਨ ਆਈਟਮਸ ਨੇ, ਚਾਹੇ ਪੰਜਾਬ ਦੀਆਂ ਹੋਣ। ਤੁਸੀਂ ਦੇਖੋਗੇ ਕਿ ਕਾਂਗਰਸ ਦੀ ਸਰਕਾਰ 'ਚ 10 ਰੁਪਏ ਪੈਟਰੋਲ ਦਾ ਰੇਟ ਘਟਾਤਾ ਸੀ। ਉਹ ਥੋੜਾ ਨੀਚੇ ਅੱਜ ਇਹ ਟੈਕਸ ਲਾਉਣ ਦੀ ਲੋੜ ਨਹੀਂ ਹੈ, ਇਹ ਇੰਨੇ ਟੈਕਸ ਲਾਉਣ ਦੀ ਲੋੜ ਨਹੀਂ ਹੈ। ਅਗਰ ਪੰਜਾਬ ਸਰਕਾਰ ਦੇ ਕੋਲ ਖਜ਼ਾਨੇ ਦੇ ਵਿੱਚ ਮਾਈਨਿੰਗ ਤੋਂ, ਸ਼ਰਾਬ ਨੀਤੀ ਤੋਂ, ਹੁਣ ਸਿੱਧੂ ਨੂੰ ਯਾਦ ਕਰਦੇ ਆ ਨਾ ਸਾਰੇ, ਅਗਰ ਕਿਤੇ 30-40 ਹਜ਼ਾਰ ਕਰੋੜ ਰੁਪਇਆ ਆਇਆ ਹੁੰਦਾ ਤੇ ਇਹ ਪੈਟਰੋਲ ਦੀਆਂ ਕੀਮਤਾਂ ਅੱਜ 20 ਰੁਪਏ ਦੀ। ਜਿੱਥੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉੱਥੇ ਮੁਸ਼ਕਿਲਾਂ ਦੇ ਵਿੱਚ ਵੀ ਕੁਝ ਵਾਧਾ ਹੁੰਦਾ ਨਜ਼ਰ ਆ ਰਿਹਾ। ਸਿੱਧੂ ਦੇ ਖਿਲਾਫ 34 ਸਾਲ ਪੁਰਾਣੇ ਕੇਸ ਦੇ ਵਿੱਚ ਅੱਜ ਫੈਸਲਾ ਆਏਗਾ। ਰੋਡਰੇਜ਼ ਮਾਮਲੇ ਦੇ ਵਿੱਚ ਦੱਸੇ ਕਿ ਸੁਪਰੀਮ ਕੋਰਟ ਸੁਣਵਾਈ ਕਰੇਗਾ, ਉਹਨਾਂ ਦੇ ਵੱਲੋਂ ਫੈਸਲਾ ਦਿੱਤਾ ਜਾਏਗਾ। ਸੋ ਪੀੜਤ ਪਰਿਵਾਰ ਦੇ ਵੱਲੋਂ ਰਿਵਿਊ ਪਟੀਸ਼ਨ ਪਾਈ ਗਈ ਸੀ ਔਰ 34 ਸਾਲ ਪੁਰਾਣਾ ਇਹ ਕੇਸ ਹੈ। ਹਾਲਾਂਕਿ ਇੱਕ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਇਸ ਤੇ ਸੁਣਵਾਈ ਹੋਈ ਪਰ ਉਸ ਤੋਂ ਬਾਅਦ ਬਰੀ ਕਰ ਦਿੱਤਾ ਗਿਆ, ਪਰ ਹੁਣ ਦੁਬਾਰਾ ਤੋਂ ਪਰਿਵਾਰ ਜਿਹੜਾ ਰਿਵਿਊ ਪਟੀਸ਼ਨ ਉਹਨਾਂ ਨੇ ਪਾਈ ਹੈ। ਤਾਂ ਹੁਣ ਵੇਖਣਾ ਹੋਵੇਗਾ ਕਿ ਅੱਜ ਜੋ ਫੈਸਲਾ ਕੀਤਾ ਜਾਂਦਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਰਹੇਗਾ, ਕਿ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੁੰਦਾ ਜਾਂ ਕੁਝ ਰਾਹਤ ਦਿੱਤੀ ਜਾਂਦੀ ਹੈ। 1988 ਦੇ ਵਿੱਚ ਦੱਸੀ ਕਿ ਪਾਰਕਿੰਗ ਨੂੰ ਲੈ ਕੇ ਸਿੱਧੂ ਦਾ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਜੁਰਮਾਨਾ ਵੀ ਲਗਾਇਆ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ। ਜਦੋਂ ਇਸ ਤੇ ਮਾਮਲਾ ਦਰਜ ਹੋਇਆ ਤਾਂ ਕਾਰਵਾਈ ਹੋਈ ਔਰ ਸਿੱਧੂ ਨੂੰ ਜਿਹੜਾ ਉਸ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀ। ਪਰ ਖਾਸ ਤੌਰ ਤੇ ਜੇਕਰ ਇਸ ਪੂਰੇ ਮਾਮਲੇ ਦੀ ਗੱਲ ਕਰਦੇ ਹਾਂ ਤਾਂ ਮਾਮਲਾ ਜਿਹੜਾ ਹੈ ਉਹ ਕਾਫੀ ਅਹਿਮ ਹੈ। 1988 ਚ ਪਟਿਆਲਾ ਚ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ ਸੀ ਔਰ ਸਿੱਧੂ ਤੇ ਗੁਰਨਾਮ ਸਿੰਘ ਦੇ ਵਿਚਾਲੇ ਹੱਥੋਂ ਪਾਈ ਹੋਈ ਔਰ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਏ ਤਾਂ ਗੁਰਨਾਮ ਸਿੰਘ ਔਰਾਂ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। 65 ਸਾਲਾ ਗੁਰਨਾਮ ਸਿੰਘ ਦੀ ਇਲਾਜ ਦੇ ਦੌਰਾਨ ਮੌਤ ਹੋਈ ਸੀ ਔਰ ਜਿਸ ਤੋਂ ਬਾਅਦ ਮੁਸ਼ਕਿਲਾਂ ਜਿਹੜੀਆਂ ਨੇ ਵਧੀਆਂ ਸ਼ੁਰੂ ਹੋ ਗਈਆਂ ਨਵਜੋਤ ਸਿੰਘ ਸਿੱਧੂ ਦੀਆਂ। ਹਾਲਾਂਕਿ ਇਹ ਮਾਮਲਾ 34 ਸਾਲ ਪੁਰਾਣਾ ਹੈ ਪਰ ਅੱਜ ਵੀ ਮੁਸ਼ਕਿਲਾਂ ਲੱਗ ਰਹੀਆਂ ਨੇ। ਸੋ ਸਿੱਧੂ ਦੇ ਖਿਲਾਫ ਉਸ ਵੇਲੇ ਮੌਤ ਤੋਂ ਬਾਅਦ ਜਿਹੜਾ ਉਹ ਮਾਮਲਾ ਦਰਜ ਹੋਇਆ ਸੀ। ਮਾਮਲੇ ਦਰਜ ਤੋਂ ਬਾਅਦ ਅਸੀਂ ਕਿ ਟ੍ਰਾਇਲ ਕੋਰਟ ਨੇ ਸਿੱਧੂ ਨੂੰ ਕੇਸ ਦੇ ਵਿੱਚ ਬਰੀ ਕਰ ਦਿੱਤਾ, ਉਹਨਾਂ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਔਰ ਹੁਣ ਜਿਹੜੀ ਰਿਵਿਊ ਪਟੀਸ਼ਨ ਹੈ ਪਰਿਵਾਰ ਦੇ ਵੱਲੋਂ ਪਾਈ ਗਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ, ਜੋ ਸਜ਼ਾ ਬੋਲੀ ਗਈ ਹੈ ਯਾਨੀ ਕਿ ਜੋ ਜੁਰਮਾਨਾ ਲਗਾਇਆ ਗਿਆ ਉਹ ਕਾਫੀ ਨਹੀਂ ਹੈ। ਸੋ 2006 ਦੇ ਵਿੱਚ ਹਾਈ ਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਵੀ ਸੁਣਾਈ ਸੀ। ਕਈ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਉਹ ਮੁੱਖ ਮੰਤਰੀ ਕਰਨਗੇ, ਚਾਹੇ ਬਾਰਡਰ ਸਿਕਿਉਰਿਟੀ ਦਾ ਮਸਲਾ ਹੋਵੇ, ਚਾਹੇ ਕਾਨੂੰਨ ਵਿਵਸਥਾ ਦਾ ਮਸਲਾ ਹੋਵੇ, ਚਾਹੇ BBMP ਦਾ ਮੁੱਦਾ ਹੋਵੇ। ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਜਿਹੜੀ ਹੈ ਉਹ ਇਸ ਵੇਲੇ ਮੁੱਖ ਮੰਤਰੀ ਅਤੇ ਅਮਿਤ ਸ਼ਾਹ ਦੇ ਨਾਲ ਦੁਪਹਿਰ 3:15 ਵਜੇ ਨਾਰਥ ਬਲੋਕ ਹੋਣ ਜਾ ਰਹੀ ਹੈ। ਤਾਂ ਕਈ ਸਾਰੇ ਅਹਿਮ ਮਸਲਿਆਂ ਨੂੰ ਲੈ ਕੇ, ਕਿਉਂਕਿ ਸਰਹੱਦ ਪਾਰ ਤੋਂ ਜਿਸ ਤਰੀਕੇ ਨਾਲ ਡਰੋਨ ਦੇ ਜ਼ਰੀਏ ਹਥਿਆਰ ਅਤੇ ਡਰੱਗਸ ਆ ਰਿਹਾ ਉਹ ਮਸਲਾ ਵੀ ਸਾਹਮਣੇ ਰੱਖਿਆ ਜਾਏਗਾ। ਇਸ ਤੋਂ ਇਲਾਵਾ BSF ਦੀਆਂ ਸਪੈਸ਼ਲ 10 ਟੁਕੜੀਆਂ ਜਿਹੜੀਆਂ ਨੇ ਉਹ ਮੰਗੀਆਂ ਗਈਆਂ ਮੁੱਖ ਮੰਤਰੀ ਵੱਲੋਂ, ਉਸ ਮੁਤਲਕ ਵੀ ਗੱਲਬਾਤ ਜਿਹੜੀ ਹੈ ਉਹ ਮੁੱਖ ਮੰਤਰੀ ਦੀ ਹੋਮ ਮਿਨਿਸਟਰ ਦੇ ਨਾਲ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਆਬਕਾਰੀ ਨੀਤੀ ਬਣਾਉਣ ਦੇ ਲਈ ਆਬਕਾਰੀ ਅਧਿਕਾਰੀਆਂ ਦੇ ਨਾਲ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਮੁਲਾਕਾਤ ਕੀਤੀ। ਨਵੀਂ ਐਕਸਾਈਜ਼ ਪਾਲਿਸੀ ਵੀ ਆ ਰਹੀ ਹੈ, ਸ਼ਰਾਬ ਦੇ ਜ਼ਰੀਏ ਪੰਜਾਬ ਦੇ ਵਿੱਚ ਖਜ਼ਾਨੇ ਦੇ ਵਿੱਚ ਕਿਵੇਂ ਇਜ਼ਾਫਾ ਕੀਤਾ ਜਾਵੇ ਉਸ ਮੁਤਲਕ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਔਰ ਇਸ ਦੇ ਨਾਲ ਨਵੀਂ ਐਕਸਾਈਜ਼ ਪਾਲਿਸੀ ਆਏਗੀ ਜਿਸ ਦੇ ਨਾਲ ਜਿਹੜਾ ਨੈਕਸਸ ਹੈ ਸ਼ਰਾਬ ਦਾ, ਜਿਹੜਾ ਨਕਲੀ ਸ਼ਰਾਬ ਵੇਚਦੀ ਉਸ ਨੂੰ ਖਤਮ ਕੀਤਾ ਜਾਵੇ। ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਜ਼ਿਆਦਾ ਮੁਨਾਫਾ ਜਿਹੜਾ ਵਾ ਉਹ ਸ਼ਰਾਬ ਦੇ ਜ਼ਰੀਏ ਹੋ ਸਕੇ, ਉਸ ਮੁਤਲਕ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਉਹ ਸਰਕਾਰ ਲੈ ਕੇ ਆਉਣ ਜਾ ਰਹੀ ਹੈ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ। ਸੋ ਇਸ ਵੇਲੇ ਦੇ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ। ਦਿੱਲੀ ਰਵਾਨਾ ਹੋ ਚੁੱਕੇ ਨੇ CM। ਦੱਸੇ ਕਿ ਉਹਨਾਂ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਣੀ, ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਜਾਣੀ, ਕਿਉਂਕਿ ਬੀਤੇ ਦਿਨ ਜੋ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਮੁੱਦੇ ਨੇ ਜਿਹੜੇ ਅਹਿਮ ਚੁੱਕੇ ਜਾਣਗੇ। ਜੇਕਰ BBMP ਦੇ ਮੁੱਦੇ ਦੀ ਗੱਲ ਕੀਤੀ ਜਾਵੇ, ਹੋਰ ਮੁੱਦੇ ਦੀ ਗੱਲ ਕੀਤੀ ਜਾਵੇ ਜੋ ਕੇਂਦਰ ਦੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਦੇ ਬਾਬਤ ਗੱਲਬਾਤ ਕੀਤੀ ਜਾਣੀ, ਜਿਸ ਨੂੰ ਲੈ ਕੇ ਰਵਾਨਾ ਹੋ ਚੁੱਕੇ ਨੇ। ਇਸ ਵੇਲੇ ਸਿੱਧੀਆਂ ਤਸਵੀਰਾਂ ਪੰਕਜ ਕਪਾਈ ਸਾਨੂੰ ਵਿਖਾ ਰਹੇ ਸੀ ਕਿ ਇਹ ਕਾਫਲਾ ਜਿਹੜਾ ਰਵਾਨਾ ਹੋ ਚੁੱਕਿਆ, ਪਰ ਉਸ ਤੋਂ ਪਹਿਲਾਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜੀ ਮੀਟਿੰਗ ਹੈ ਖਜ਼ਾਨਾ ਮੰਤਰੀ ਦੇ ਨਾਲ ਹੋਈ ਹੈ, ਅਧਿਕਾਰੀ ਦੇ ਨਾਲ ਹੋਈ ਹੈ। ਸੋ ਖਾਸ ਤੌਰ ਤੇ ਹੁਣ ਇਹ ਵੀ ਇੰਤਜ਼ਾਰ ਹੈ ਕਿ ਕੀ ਬਦਲਾਅ ਜਿਹੜਾ ਐਕਸਾਈਜ਼ ਪਾਲਿਸੀ ਦੇ ਵਿੱਚ ਆਏਗਾ। ਅੱਗੇ ਵਧਦੇ ਹਾਂ ਤਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ। ਸੁਨੀਲ ਜਾਖੜ ਉਹਨਾਂ ਦੇ ਨਾਲ ਜੁੜੀ ਹੋਈ BJP ਦੇ ਵਿੱਚ ਜਾਣਗੇ। ਸੁਨੀਲ ਜਾਖੜ ਕੀ BJP ਦੇ ਵਿੱਚ ਜਾਣਗੇ, ਕਿਉਂਕਿ ਸਵਾਲ ਨਿਸ਼ਾਨ ਤਾਂ ਲੱਗਦਾ ਹੈ BJP ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਨੇ ਜਾਖੜ, ਜੋ ਸੂਤਰਾਂ ਦੇ ਮੁਤਾਬਿਕ
ਖਬਰ ਸਾਹਮਣੇ ਆ ਰਹੀ ਹੈ। ਸੋ ਜਲਦ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਦਿੱਲੀ ਦੇ ਵਿੱਚ ਹੀ ਨੇ ਇਸ ਵੇਲੇ ਸੁਨੀਲ ਜਾਖੜ ਦੀ ਗੱਲ ਕੀਤੀ ਜਾਏ। ਸੁਨੀਲ ਜਾਖੜ ਇੱਕ ਵੱਡਾ ਲੀਡਰ ਕਾਂਗਰਸ ਦਾ ਸਨ, ਸੋ ਜਿਨ੍ਹਾਂ ਦੇ ਵੱਲੋਂ ਬੀਤੇ ਦਿਨ ਹੀ ਗੁੱਡ ਬਾਏ ਕਹਿ ਦਿੱਤਾ ਗਿਆ, ਬੈਸਟ ਆਫ ਲੱਕ ਕਿਹਾ ਗਿਆ, ਯਾਨੀ ਕਿ ਬੇਹੱਦ ਹੀ ਵੱਡੀ ਨਾਰਾਜ਼ਗੀ ਜਿਹੜੀ ਉਹਨਾਂ ਨੇ ਜ਼ਾਹਿਰ ਕੀਤੀ। ਆਪਣੇ ਬਿਆਨਾਂ ਦੇ ਮੁਤਾਬਿਕ ਕਈ ਸੀਨੀਅਰ ਲੀਡਰਾਂ ਨੂੰ ਘੇਰਦੇ ਹੋਏ ਵੀ ਨਜ਼ਰ ਆਏ, ਨਸੀਹਤ ਵੀ ਦਿੱਤੀ, ਹਾਈ ਕਮਾਨ ਨੂੰ ਨਸੀਹਤ ਦਿੱਤੀ। ਸੋ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਇੱਕ ਵੱਡਾ ਝਟਕਾ ਵੀ ਜ਼ਰੂਰ ਲੱਗਿਆ ਸੀਗਾ ਕਾਂਗਰਸ ਨੂੰ। ਪਰ ਹੁਣ ਉਸ ਦਿਨ ਤੋਂ ਹੀ ਚਰਚਾਵਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ ਕਿ ਅਗਲਾ ਕਦਮ ਸੁਨੀਲ ਜਾਖੜ ਦਾ ਕੀ ਹੋਏਗਾ। ਤਾਂ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਕਿਉਂਕਿ ਜਾਣਕਾਰੀ ਹੈ ਕਿ ਦਿੱਲੀ ਦੇ ਵਿੱਚ ਨੇ ਔਰ ਬੀਜੇਪੀ ਹਾਈ ਕਮਾਨ ਦੇ ਸੰਪਰਕ ਦੇ ਵਿੱਚ ਨੇ ਜਾਖੜ। ਸੂਤਰਾਂ ਦੇ ਮੁਤਾਬਿਕ ਜਾਣਕਾਰੀ ਸਾਹਮਣੇ ਆ ਰਹੀ ਹੈ। ਸੋ ਦਿੱਲੀ ਦੇ ਵਿੱਚ ਹੀ ਨੇ ਸੁਨੀਲ ਜਾਖੜ। ਖਾਸ ਤੌਰ ਤੇ ਪਿਛਲੇ ਦਿਨਾਂ ਤੋਂ ਕਈ ਕਿਆਸ ਲੱਗ ਰਹੇ ਨੇ, ਕਿਉਂਕਿ ਬੀਤੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਤਸਵੀਰ ਨਜ਼ਰ ਆ ਰਹੀ ਹੈ ਨਾਰਾਜ਼ਗੀ ਨੂੰ ਲੈ ਕੇ। ਪਰ ਜੇਕਰ ਉਸ ਤੋਂ ਪਹਿਲਾਂ ਕੁਝ ਸਮੇਂ ਪਹਿਲਾਂ ਜਾਈਏ ਤਾਂ ਨਰਿੰਦਰ ਮੋਦੀ, ਜੇਕਰ ਸਭ ਤੋਂ ਵੱਡੇ ਲੀਡਰ ਦੀ ਗੱਲ ਕੀਤੀ ਜਾਏ ਬੀਜੇਪੀ ਦੇ, ਤਾਂ ਉਹਨਾਂ ਦੇ ਨਾਲ ਵੀ ਬਹੁਤ ਸੋਹਣੀਆਂ ਤਸਵੀਰਾਂ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਸੀ ਉਸ ਵੇਲੇ ਦੀਆਂ ਸਾਹਮਣੇ ਆਈਆਂ, ਜੋ ਨਸ਼ਰ ਵੀ ਕੀਤੀਆਂ ਸੀ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸੁਨੀਲ ਜਾਖੜ ਉਸ ਵੇਲੇ ਨਰਿੰਦਰ ਮੋਦੀ ਦੇ ਨਾਲ ਮਿਲਦੇ ਨੇ ਔਰ ਨਰਿੰਦਰ ਮੋਦੀ ਵੀ। ਸੋ ਖਾਸ ਤੌਰ ਤੇ ਬਹੁਤ ਸੋਹਣੇ ਰਿਸ਼ਤੇ ਕਹਿ ਸਕਦੇ ਆ ਕਿ ਬੀਜੇਪੀ ਦੇ ਨਾਲ ਪਹਿਲਾਂ ਤੋਂ ਹੀ ਨਾ ਇਸ ਤਰ੍ਹਾਂ ਦੇ ਨਾਲ ਕੋਈ ਜ਼ਿਆਦਾ ਨਾਰਾਜ਼ਗੀ ਵੀ ਨਹੀਂ ਹੈ। ਸੋ ਹੁਣ ਜੇਕਰ ਦਿੱਲੀ ਦੇ ਵਿੱਚ ਨੇ ਸੁਨੀਲ ਜਾਖੜ ਤਾਂ ਕੀ ਕੁਝ ਖਾਸ ਹੈ, ਕਿਸ ਤਰ੍ਹਾਂ ਦੇ ਨਾਲ ਵੇਖਿਆ ਜਾ ਸਕਦਾ। ਸੋ ਸਿੱਧਾ ਚੱਲਦੇ ਆ, ਪੰਕਜ ਕਪਾਹੀ ਨੇ ਸਾਡੇ ਨਾਲ, ਜ਼ਿਆਦਾ ਗੱਲਬਾਤ ਨਹੀਂ। ਪੰਕਜ, ਇਸ ਫੇਰੀ ਨੂੰ ਕਿਵੇਂ ਵੇਖੀਏ? ਸੁਨੀਲ ਜਾਖੜ ਦੀ ਜੋ ਨਾਰਾਜ਼ਗੀ ਸੀ ਉਹ ਜਗ ਜ਼ਾਹਿਰ ਹੋਈ, ਪਰ ਇਹ ਅਜੇ ਭੇਦ ਲੁਕਿਆ ਹੋਇਆ ਹੈ ਕਿ ਉਹ ਜਾ ਕਿੱਧਰ ਰਹੇ ਨੇ। ਦੇਖੋ, ਬੀਜੇਪੀ 'ਚ ਜਾ ਰਹੇ ਨੇ ਸੁਨੀਲ ਜਾਖੜ ਦੇ ਸੋਰਸਿਸ ਤੋਂ ਇਹ ਸਭ ਤੋਂ ਪਹਿਲਾਂ ਅਹਿਮ ਜਾਣਕਾਰੀ ਨਿਊਜ਼ 18 ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ ਕਿ ਭਾਜਪਾ ਦੇ ਨਾਲ ਹਾਈ ਕਮਾਨ ਦੇ ਨਾਲ ਗੱਲਬਾਤ ਜਿਹੜੀ ਦਿੱਲੀ ਦੇ ਵਿੱਚ ਹੋ ਚੁੱਕੀ ਹੈ। ਹਾਈ ਕਮਾਨ ਦੇ ਟੌਪ ਸੋਰਸਿਸ ਦੇ ਨਾਲ ਇਸ ਵੇਲੇ ਟੌਪ ਸੋਰਸਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵੇਲੇ ਸੁਨੀਲ ਜਾਖੜ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਨੇ, ਅੱਜ ਹੀ ਸ਼ਾਮਲ ਹੋਣ ਜਾ ਰਹੇ ਨੇ। ਇਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਸੁਨੀਲ ਜਾਖੜ ਦੇ ਸੋਰਸਿਸ ਵੱਲੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਕਿਉਂਕਿ ਹੁਣ ਤੱਕ ਗੁੱਡ ਲੱਕ ਕਾਂਗਰਸ ਨੂੰ ਕਹਿ ਕੇ ਕਾਂਗਰਸ ਤੋਂ ਅਲਵਿਦਾ ਲੈ ਚੁੱਕੇ ਸੀਗੇ। ਸੋਨੀਆ ਗਾਂਧੀ ਤੇ ਵਰੇ ਸੀਗੇ ਜਿਸ ਦਿਨ ਕਾਂਗਰਸ ਛੱਡੀ ਸੀ ਸੁਨੀਲ ਜਾਖੜ ਨੇ, ਔਰ ਭਾਜਪਾ ਦੇ ਨਾਲ ਨਜ਼ਦੀਕੀਆਂ ਵਧੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦਾ ਵੀ ਇੱਕ ਵੱਡਾ ਰੋਲ ਰਿਹਾ ਵਾ, ਔਰ ਜਾਣਕਾਰੀ ਟੌਪ ਸੋਰਸਿਸ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਕਾਂਗਰਸ ਛੱਡ ਕੇ ਹੁਣ ਭਾਜਪਾ 'ਚ ਜਾ ਰਹੇ ਨੇ। ਹਾਈ ਕਮਾਨ ਦੇ ਨਾਲ ਭਾਜਪਾ ਹਾਈ ਕਮਾਨ ਨਾਲ ਮਿਲਣੀ ਹੋ ਚੁੱਕੀ ਹੈ। ਟੌਪ ਵੱਡੇ ਜਿਹੜੇ ਲੀਡਰ ਨੇ ਉਹਨਾਂ ਨਾਲ ਮੁਲਾਕਾਤ ਸੁਨੀਲ ਜਾਖੜ ਕਰ ਚੁੱਕੇ ਨੇ, ਔਰ ਜਲਦ ਖਬਰ ਇਹ ਸਾਹਮਣੇ ਆਏਗੀ ਕਿ ਭਾਜਪਾ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਹੋ ਗਏ ਨੇ। ਜੀ ਬਿਲਕੁਲ, ਸੋ ਕਹਿ ਸਕਦੇ ਆ ਕਿ ਇੱਕ ਵੱਡਾ ਝਟਕਾ ਕਾਂਗਰਸ ਨੂੰ ਤਾਂ ਲੱਗਿਆ ਹੀ ਸੀ ਪਿਛਲੇ ਦਿਨਾਂ ਦੇ ਵਿੱਚ, ਪਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਕਜ ਨਜ਼ਰ ਆਇਆ ਸੀ ਕਾਫੀ ਆਪਸ਼ਨ ਸੀਗੇ। ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਔਰ ਬਾਕੀ ਹੋਰ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਆ ਜਾਵਾਂਗੇ, ਤਾਂ ਕਈ ਆਪਸ਼ਨ ਸੀਗੇ, ਪਰ ਸਭ ਤੋਂ ਮਜ਼ਬੂਤ ਕਹਿ ਸਕਦੇ ਆ ਕਿ ਬੀਜੇਪੀ ਦਾ ਹੀ ਆਪਸ਼ਨ ਸੀ। ਸੋ ਵੱਡਾ ਇੱਕ ਝਟਕਾ ਜਿੱਥੇ ਕਾਂਗਰਸ ਨੂੰ, ਤਾਂ ਉੱਥੇ ਇੱਕ ਪਾਲਾ ਭਾਰੀ ਹੁੰਦਾ ਹੋਇਆ ਬੀਜੇਪੀ ਦਾ ਨਜ਼ਰ ਆਇਆ। ਬਿਲਕੁਲ, ਕਾਂਗਰਸ ਦੇ ਲਈ ਇੱਕ ਤੋਂ ਬਾਅਦ ਇੱਕ ਝਟਕੇ ਨੇ। 2017 ਚ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਨੇ 10 ਸਾਲ ਬਾਅਦ ਕਾਂਗਰਸ ਦੀ ਪੰਜਾਬ 'ਚ ਵਾਪਸੀ ਕਰਵਾਈ ਸੀ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਲਵਿਦਾ ਕਹਿ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਮੰਨੇ ਜਾਂਦੇ ਸੀਗੇ ਸੁਨੀਲ ਜਾਖੜ, ਔਰ ਦੋਵਾਂ ਦੀ ਜੋੜੀ ਨੇ ਕਈ ਸਾਰੀਆਂ ਚੋਣਾਂ ਜਿਤਵਾਈਆਂ ਕਾਂਗਰਸ ਨੂੰ। ਲੇਕਿਨ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਨੇ ਵੱਡੇ ਇਲਜ਼ਾਮ ਅੰਬਿਕਾ ਸੋਨੀ ਦੇ ਉੱਤੇ ਲਗਾਏ, ਵੱਡੇ ਇਲਜ਼ਾਮ ਹਰੀਸ਼ ਚੌਧਰੀ ਤੋਂ ਲੈ ਕੇ ਹਰੀਸ਼ ਰਾਵਤ ਹੋਰਾਂ ਦੇ ਉੱਤੇ ਲਗਾਏ ਸੀਗੇ, ਔਰ ਕਈ ਸਾਰੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਸੀ, ਔਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਔਰ ਗੁੱਡ ਲੱਕ ਕਿਹਾ ਸੀਗਾ ਕਾਂਗਰਸ ਨੂੰ। ਔਰ ਇਸ ਵੇਲੇ ਭਾਜਪਾ ਦੇ ਨਾਲ ਇਸ ਵੇਲੇ ਮੁਲਾਕਾਤਾਂ ਹੋ ਚੁੱਕੀਆਂ ਨੇ, ਦਿੱਲੀ ਦੇ ਵਿੱਚ ਮੁਲਾਕਾਤਾਂ ਹੋਈਆਂ ਨੇ, ਔਰ ਹੁਣ ਸੁਨੀਲ ਜਾਖੜ ਦੇ ਸੋਰਸਿਸ ਇਹ ਜਾਣਕਾਰੀ ਦੇ ਰਹੇ ਨੇ ਕਿ ਜਲਦ ਭਾਜਪਾ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਹੋਣ ਜਾ ਰਹੇ ਨੇ। ਔਰ ਇਸ ਦੇ ਨਾਲ ਕਾਂਗਰਸ ਨੂੰ ਇੱਕ ਵੱਡਾ ਝਟਕਾ ਜ਼ਰੂਰ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਛੱਡ ਚੁੱਕੇ ਨੇ, ਸੁਨੀਲ ਜਾਖੜ ਛੱਡ ਚੁੱਕੇ ਨੇ, ਨਵਜੋਤ ਸਿੰਘ ਸਿੱਧੂ ਦੇ ਉੱਤੇ ਤਲਵਾਰ ਲਟਕੀ ਹੋਈ ਹੈ। ਔਰ ਜਦੋਂ ਕਾਂਗਰਸ ਨੂੰ ਅਲਵਿਦਾ ਸੁਨੀਲ ਜਾਖੜ ਨੇ ਕਿਹਾ ਸੀ ਤਾਂ ਨਵਜੋਤ ਸਿੰਘ ਸਿੱਧੂ ਵੀ ਕਿਤੇ ਨਾ ਕਿਤੇ ਜਾਖੜ ਦੀ ਹਿਮਾਇਤ ਕਰਦੇ ਹੋਏ ਨਜ਼ਰ ਆਏ ਸੀ। ਤਾਂ ਪੰਜਾਬ ਦੇ ਵਿੱਚ ਸੁਨੀਲ ਜਾਖੜ ਨੇ ਕਿਹਾ ਸੀ ਹੁਣ ਕਾਂਗਰਸ ਦੇ ਪੈਰ ਲੱਗਣ ਵਾਲੇ ਨਹੀਂ ਨੇ। ਤਾਂ ਅਜਿਹੇ 'ਚ ਅਗਰ ਸੁਨੀਲ ਜਾਖੜ ਵੀ ਸਾਥ ਛੱਡ ਕੇ ਕਾਂਗਰਸ ਦਾ ਭਾਜਪਾ 'ਚ ਸ਼ਾਮਲ ਹੁੰਦੇ ਨੇ ਤਾਂ ਭਾਜਪਾ ਦੇ ਲਈ ਇੱਕ ਵੱਡੀ ਮਜ਼ਬੂਤੀ ਪੰਜਾਬ 'ਚ ਜ਼ਰੂਰ ਹੋਏਗੀ, ਲੇਕਿਨ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ। ਬਿਲਕੁਲ, ਸੋ ਅਖੀਰਲਾ ਸਵਾਲ ਹੈ ਪੰਕਜ, ਵਾਪਸ ਆਵਾਂਗੇ ਤੁਹਾਡੇ ਕੋਲ ਜ਼ਰੂਰ, ਕਿਸ ਤਰ੍ਹਾਂ ਦੇ ਨਾਲ ਕੀ ਕੁਝ ਹਾਲਾਤ ਨੇ, ਤਾਂ ਕਈ ਤਰ੍ਹਾਂ ਦੇ ਅਹਿਮ ਮੁੱਦੇ ਨੇ। ਜੇਕਰ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਝਟਕਾ ਜਿੱਥੇ ਕਾਂਗਰਸ ਨੂੰ ਪਿਛਲੇ ਦਿਨਾਂ 'ਚ ਲੱਗਿਆ ਸੀ, ਪਰ ਹਾਲ ਹੀ ਦੇ ਵਿੱਚ
एक वड्डी खबर है, सुनील जाखड़ दे नाल जुड़ी हुई वड्डी खबर है, बीजेपी दे नाल जुड़ी हुई वड्डी खबर है, कांग्रेस दे नाल जुड़ी हुई वड्डी खबर है, क्योंकि उन्होंने पुराने एक वड्डे लीडर जदों बीजेपी दे विच जाण दी खबरां सामने आनी हुण पिछले दिनां दे विच सुनील जाखड़ दे वल्लों दस्सी कि पार्टी नूं अलविदा कह दित्ता गया सी, बाय किया गया सी, तां सवाले निशान उत्थे ही लगदा है। सवाल उठदा सी कि आखिरकार हाय किस नूं कहणगे, यानी कि किहड़ी पार्टी दे विच जाणगे। खास तौर ते इस वेले दी गल कीती जावे तां दो ऑप्शनस कह सकदे हैं कि उन्होंने सामने नजर आ रहे सी, क्योंकि इस वेले सत्ताधारी पार्टी आम आदमी पार्टी है, पर नवी पार्टी है, बहुत ज्यादा पुरानी नहीं। और खास तौर पे दूसरी पार्टी की गल की जाए तो बीजेपी पार्टी है जो देश पद्धर ते कह सकते हैं कि इस वेले मजबूत स्थिति दे विच है, ज्यादातर सूबे दे विच बीजेपी। और खास तौर पे जेकर इस वेले की गल की जाए तो वड्डी खबर सब तो पहला न्यूज़ 18 पंजाब ते असीं दर्शकां तक पहुंचाई है। पंकज, खास तौर पे जेकर इस वेले की गल की जाए जिस तरह दी स्थितियां नजर आईयां ने, की लगता है बीजेपी कोशिश कर रही है कि मजबूती दे नाल अगे जिमनी चोण है जिहड़ी आ रही है तो उसदे लई एक वड्डा चेहरा रखा जाए और बाकी होर 2024 नूं जिहड़ा पूरा फोकस है किस तरह दे नाल मजबूती मिलती नजर आएगी जेकर पूरी तरह दे नाल सुनील जाखड़ अज शामिल हो जाते हैं? देखो, एक वड्डा हिंदू चेहरा ने सुनील जाखड़। जाखड़ परिवार का अपना एक कद रहा है। बलराम जाखड़ एक वड्डे किसान लीडर के तौर पर भी मन्ने जाते थे सुनील जाखड़ के पिता, और बलराम जाखड़ तो बाद सुनील जाखड़ और सुनील जाखड़ तो बाद संदीप जाखड़, एक 3 पीढ़ियां जड़ियां ने वो कांग्रेस दे विच रहियां ने। लेकिन जिस तरीके नाल सुनील जाखड़ नूं ये कहा गया, सुनील जाखड़ नूं ये लगा कि उन्हां दे नाल धक्का होया, उन्हां दे नाल गलत होया है, तो इस करके कांग्रेस नूं अलविदा कह चुके ने। और अजिहे च भाजपा च जाणगे तो भाजपा नूं पंजाब दे विच एक वड्डा हिंदू चेहरा मिलेगा। सिर्फ सुनील जाखड़ कल्ले नहीं जाणगे, सुनील जाखड़ के नाल कई होर लीडर भी भाजपा च शामिल हो सकते हैं। तो एक तो बाद एक झटके लगते हुए नजर आ रहे हैं पंजाब तो लैके गुजरात तक। गुजरात असीं देखिया हार्दिक पटेल छड्ड के कांग्रेस छड्ड के भाजपा च जाते हुए नजर आए, तो इत्थे हुण एक बार सुनील जाखड़ अगर भाजपा च जाणगे तो पंजाब तो लैके गुजरात तक भाजपा किते ना किते मजबूती वाले पासे होर अगे वधदी हुई नजर आ रही है। गुरजोत, बिल्कुल पंकज, एक होर वड्डा है कि चेहरा कुलदीप बिश्नोई का भी जिक्र करिए। हरियाणा दे विच ओह भी जिहड़े ने ओह खबरां आ रही ने, सीएम होरां दे नाल उन्होंने मुलाकात की है तो वह भी शामिल हो सकते हैं। बहुत बहुत शुक्रिया फिलहाल तमाम जानकारी के लिए, धन्यवाद है। तो सीधे तौर पर इस वेले वड्डा झटका जिथे कांग्रेस को पहला लग्या तो हुण बीजेपी के लिए कह सकते हैं और पंजाब की सियासत के लिए एक वड्डी खबर है, क्योंकि सुनील जाखड़ एक वड्डा चेहरा कांग्रेस का सन तो हुण बीजेपी दे विच शामिल हो सकते हैं। सूत्रों के मुताबिक टॉप सोर्सिस जानकारी दे रहे हैं न्यूज़ 18 पंजाब से सब तो पहला एक खबर जी है वो दर्शकों तक पहुंचाई है। सब तो वड्डी खबर कह सकते हैं इस वेले दी, क्योंकि जिस तरह के नाल तस्वीर बनी हुई सी और एक भेद लुकिया हुआ सी कि सुनील जाखड़ किहड़ी पार्टी दे विच जाणगे, किहड़ी पार्टी दे विच जा सकते हैं और किस तरह दी परिस्थितियां तो जो निकले, नाराजगी जिस तरह दे नाल दिल विच जाहिर की। और खास तौर पे जिस एक वड्डे पॉइंट का पंकज ने भी जिक्र किया कि हिंदू वड्डा चेहरा ने और जेकर बीजेपी दे विच जांदे ने तां भविख दे विच किस तरह दे नाल पंजाब च एक होर मजबूत आधार बीजेपी का हुंदा नजर आ सकता है। क्योंकि जेकर आने वाली चोणों की गल की जाए, जिमनी चोण है सब तो पहला संगरूर की और उत्थे दे लई एक वड्डे चेहरे की लोड़ है बीजेपी नूं। और जेकर उस तो बाद की गल की जाए 2024 भी बिल्कुल नेड़े है। खास तौर पर जेकर बीजेपी का जिक्र करते हैं तो हमेशा उन्होंने वालों कहा जाता है कि साडी पार्टी 24 घंटे और 12 महीने काम करने वाली पार्टी है। साडा ये नहीं है कि असीं सिर्फ चोणों दे विच ही सरगर्म हुंदे आ या असीं काम करते हैं। सो सीधे तौर पर कह सकते हैं कि जेकर जाखड़ होरां दे वल्लों बीजेपी दे विच अज शमूलियत की जाती है, क्योंकि खबर है सामने आ रही है अज ही उन्हां दे वल्लों पार्टी दे विच जाया जाएगा, अज ही शमूलियत हो सकती है। इस वेले दिल्ली दे विच मौजूद ने बीजेपी की हाई कमान दे नाल मुलाकात हो चुकी है और खास तौर पर जेकर अज शमूलियत हुंदी है तो कह सकते हैं कि दिल्ली दे दफ्तर दे बीजेपी के दफ्तर दे विच उन्हां दी अज ज्वाइनिंग भी कराई जा सकती है। सो सीधे तौर पर मजबूत सोर्सिस जिहड़े टॉप सोर्सिस जिहड़े ने जानकारी दे रहे हैं कि सुनील जाखड़ बीजेपी दे विच ही जाणगे, उन्हां दे वल्लों शमूलियत की जाएगी। उस तो बाद जेकर पंजाब पद्धर ते गल करते हैं तो इस वेले पंजाब बीजेपी के प्रधान ने अश्विनी शर्मा तो दूसरे पासे होर जिहड़े लीडर ने लगातार उन्हां दे वल्लों सरगर्मी वधाई जा रही है लुधियाना दे विच, बाकी होर थावां ते। और पिछले दिनों की जेकर गल की जाए तो खास तौर पर भी एम है कि जेपी नड्डा जो कौमी प्रधान ने बीजेपी के वो आए सन लुधियाना दे विच वड्डा सम्मेलन किया गया और वर्करां दे विच जोश भरिया गया। खास तौर पर प्लैनिंग जिहड़ी है कह सकते हैं कि चोणां दे लई कीती गई है। पर हुण जिस तरह दे नाल खबर सामने आ रही है एक वड्डा झटका जिथे कांग्रेस नूं लग्या, क्योंकि जिथे एक पार्टी नूं छड्डण दी गल है तो उस तो बाद भी कुछ कह सकते हैं कि समा या चांस हुंदे ने कि किसी तरह दे नाल लीडर जिहड़े ने वो जाके अपने नाराज लीडर नूं मना लैण। क्योंकि बहुत वेख्या गया बलविंदर धालीवाल की गल की जाए जो विधायक
ਦੋ ਵਾਰ ਜਿਹੜੇ ਨੇ ਬੀਜੇਪੀ ਦੇ ਵਿੱਚ ਆਏ ਔਰ 2 ਵਾਰ ਹੀ ਉਹਨਾਂ ਦੇ ਵੱਲੋਂ ਛੱਡੀ ਗਈ। ਸੋ ਉਸ ਸਥਿਤੀ ਦੇ ਵਿੱਚ ਵੀ ਕਿਹਾ ਜਾ ਸਕਦਾ ਕਿ ਹੋ ਸਕਦਾ ਕਿ ਮਨਾਇਆ ਜਾ ਸਕਦਾ, ਪਰ ਜੇਕਰ ਪਾਰਟੀ ਦੇ ਵਿੱਚ ਸ਼ਮੂਲੀਅਤ ਹੀ ਹੋ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਵੱਡਾ ਝਟਕਾ ਕਹਿ ਸਕਦੇ ਹੋ, ਔਰ ਭਵਿੱਖ ਦੇ ਵਿੱਚ ਇੱਕ ਪੂਰੀ ਬਣਤ ਬੁੜੀ ਜਾ ਚੁੱਕੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਜੇਕਰ ਵੱਡੇ ਲੀਡਰਾਂ ਦੀ ਗੱਲ ਕਰਦੇ ਕਾਂਗਰਸ ਦੇ, ਬੀਜੇਪੀ ਦੇ, ਤਾਂ ਫਤਿਹ ਜੰਗ ਬਾਜਵਾ ਜਿਹੜੇ ਨੇ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀ, ਇੱਕ ਵੱਡਾ ਚਿਹਰਾ, ਔਰ ਸਾਡੇ ਨਾਲ ਫੋਨ ਲਾਈਨ ਤੇ ਵੀ ਜੁੜ ਚੁੱਕੇ ਨੇ। ਫਤਿਹ ਜੰਗ ਬਾਜਵਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕੀ ਕਹਿਣਾ ਚਾਹੋਗੇ ਜੀ? ਖਬਰ ਸਾਹਮਣੇ ਆ ਰਹੀ ਹੈ ਸੁਨੀਲ ਜਾਖੜ ਹੋਰੀ ਬੀਜੇਪੀ ਦੇ ਵਿੱਚ ਆ ਰਹੇ ਨੇ, ਸਭ ਤੋਂ ਪਹਿਲਾਂ ਤੁਹਾਡੇ ਕੋਲ ਕੀ ਕੁਝ ਜਾਣਕਾਰੀ? ਆਈ ਜਾਣਾ ਜੀ, ਇਹਨਾਂ ਨੇ ਦਿਸ ਇਜ਼ ਦ ਬੈਸਟ ਪਾਰਟੀ ਜਿਹੜੀ ਉਹਨਾਂ ਕੋਲ ਉਹਨਾਂ ਦੇ ਸਾਹਮਣੇ ਮੈਂ ਸਮਝਦਾ ਇੱਕ ਵਿਕਲਪ ਹੈਗਾ ਜੀ। ਯੂ ਸੀ ਬੜੇ ਸੀਨੀਅਰ ਲੀਡਰ ਨੇ, ਸੁਨੀਲ ਜਾਖੜ ਜੀ ਦਾ ਪੰਜਾਬ ਦੇ ਵਿੱਚ ਅੱਜ ਤੱਕ ਰੁਤਬਾ ਨਾ ਹੈ, ਇਹਨਾਂ ਦੇ ਪਰਿਵਾਰ ਦਾ ਬੜਾ ਦੇਣ ਰਹੀ ਹੈ ਕਾਂਗਰਸ ਨੂੰ ਜੀ। ਔਰ ਮੈਂ ਸਮਝਦਾ ਵੀ ਹਰ ਆਦਮੀ ਵਿਅਕਤੀ ਜਿਹੜਾ ਕੋਈ 40-50 ਸਾਲ ਇੱਕ ਪਾਰਟੀ ਵਿੱਚ ਆਪਣਾ ਸਮਝ ਦਿੰਦਾ ਹੈ ਤੇ ਉਹਦੇ ਲਈ ਨਵੀਂ ਪਾਰਟੀ 'ਚ ਜਾਣ ਲਈ ਥੋੜਾ ਟਾਈਮ ਤਾਂ ਲੱਗਦਾ ਹੈ ਤੇ ਹੀ ਇਜ਼ ਮੇਕਿੰਗ ਅਪ ਹਿਜ਼ ਮਾਈਂਡ। ਮੈਨੂੰ ਲੱਗਦਾ ਹੈ ਵੀ ਬੀਜੇਪੀ ਦਾ ਹੱਥ ਫੜ ਲੈਣਗੇ। ਇਹ ਡੈਫੀਨੇਟਲੀ ਹੈ ਵੀ ਕੋਈ ਨਾ ਕੋਈ ਜ਼ਰੂਰ ਬੀਜੇਪੀ ਹਾਈ ਕਮਾਂਡ ਜਾਂ ਕੋਈ ਦੋਸਤ ਮਿੱਤਰ ਜਿਨ੍ਹਾਂ ਦੇ ਰਾਹੀਂ ਕੋਈ ਗੱਲਬਾਤ ਚੱਲ ਸਕਦੀ ਹੈ ਤੇ ਹੋ ਸਕਦਾ ਹੈ, ਇਹ ਵੀ ਹੋ ਸਕਦਾ ਵੀ ਅਜੇ ਕੈਫੇ ਹੀ ਹੋਣ ਜੀ, ਬਟ ਦ ਬੈਸਟ ਪਰਸਨ ਇਸ ਦੇ ਉੱਤੇ ਜੇ ਕੋਈ ਜਿਸ ਕੋਲੋਂ ਕੋਈ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਤਾਂ ਸੁਨੀਲ ਜਾਖੜ ਜੀ ਨੇ, ਉਹ ਤੁਹਾਨੂੰ ਦੱਸ ਸਕਦੇ ਨੇ ਵੀ ਉਹਨਾਂ ਦਾ ਕੀ ਫਿਊਚਰ ਪਲਾਨ ਹੈ। ਦੇਖੋ ਬਾਜਵਾ ਸਾਹਿਬ, ਤੁਸੀਂ ਇਹ ਤਾਂ ਕਲੀਅਰ ਕਰ ਹੀ ਦਿੱਤਾ ਕਿ ਆ ਰਹੇ ਨੇ ਪਾਰਟੀ 'ਚ, ਪਰ ਜੇਕਰ ਹੋਰ ਜਾਣਕਾਰੀ ਤੁਸੀਂ ਦਰਸ਼ਕਾਂ ਤੱਕ ਪਹੁੰਚਾਈ ਦਿਓ, ਕਿਉਂਕਿ ਇਹ ਵੀ ਜਾਣਕਾਰੀ ਆ ਰਹੀ ਕਿ ਹਾਈ ਕਮਾਂਡ ਦੇ ਨਾਲ ਮੈਂ ਇਹ ਨਹੀਂ ਕਿਹਾ ਵੀ ਆ ਰਹੇ ਨੇ, ਮੈਂ ਕਿਹਾ ਵੀ ਉਹਨਾਂ ਕੋਲ ਬੈਸਟ ਵਿਕਲਪ ਇਹ ਹੈ ਵੀ ਬੀਜੇਪੀ ਹੀ ਬੈਸਟ। ਦੇਖੋ ਇੱਕ ਨੈਸ਼ਨਲ ਪਾਰਟੀ ਹੈ ਜੀ, ਵਰਲਡ ਦੀ ਸਾਰਿਆਂ ਨਾਲੋਂ ਬਿਗੇਸਟ ਆਰਗੇਨਾਈਜੇਸ਼ਨ ਹੈ ਔਰ ਬੜੇ ਚੰਗੇ ਢੰਗ ਨਾਲ ਚੱਲ ਰਹੀ ਹੈ ਔਰ ਦੇ ਨੀਡ ਗੁੱਡ ਫੇਸਿਸ ਇਨ ਪੰਜਾਬ। तो मैं समझना भी एक सुनील जाखड़ जी ਲਈ ਵੀ ਇੱਕ ਗੋਲਡਨ ਚਾਂਸ ਹੈ ਤੇ ਉਹਨਾਂ ਨੂੰ ਵੀ ਫਿਊਚਰ ਜਿਹੜਾ ਉਹਨਾਂ ਦਾ ਦਿਖ ਰਿਹਾ, ਜਿਹੜਾ ਇਹ ਕਾਂਗਰਸ ਨਾਲ ਇੱਕ ਗੁੱਸਾ ਵੀ ਹੈ ਔਰ ਮੈਂ ਸਮਝਦਾ ਇੱਕ ਪਾਰਟੀ ਵੀ ਐਸੀ ਹੈ ਜਿਹੜੀ ਉਹਨਾਂ ਦੀ ਬਾਂਹ ਫੜ ਕੇ ਜੇ ਲੈ ਕੇ ਅੱਗੇ ਲੈ ਕੇ ਜਾ ਸਕਦੀ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਫਾਇਦਾ ਲਿਆ ਜਾ ਸਕਦਾ ਹੈ। ਤੁਹਾਨੂੰ ਲੱਗਦਾ ਕਿ ਬਿਲਕੁਲ ਸਹੀ ਡਿਸੀਜਨ ਸੀ ਜਾਖੜ ਹੋਰਾਂ ਨੇ ਜੋ ਪਾਰਟੀ ਛੱਡੀ ਕਾਂਗਰਸ? ਬਿਲਕੁਲ ਸਹੀ ਡਿਸੀਜਨ ਸੀ। ਅੱਛਾ, ਇੱਕ ਹੋਰ ਸਵਾਲ ਹੈ ਬਾਜਵਾ ਸਾਹਿਬ, ਕੁਲਦੀਪ ਬਿਸ਼ਨੋਈ ਹੋਰਾਂ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਨਾਰਾਜ਼ ਸੀਗੇ ਔਰ ਅੱਜ ਹੀ ਖਬਰ ਆਈ ਹੈ ਕਿ ਕੱਲ ਉਹਨਾਂ ਦੀ ਖੱਟਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ। ਕੀ ਉਹ ਵੀ ਆ ਰਹੇ ਨੇ ਬੀਜੇਪੀ ਦੇ ਵਿੱਚ ਜਾਂ ਹੋਰ ਲੀਡਰਾਂ ਦਾ ਜ਼ਿਕਰ ਹੋ ਰਿਹਾ? ਮੈਂ ਦੱਸਣਾ ਚਾਹੁੰਦਾ ਵੀ ਕਾਂਗਰਸ ਇਸ ਵੇਲੇ ਇੱਕ ਟੈਟੈਨਿਕ ਹੈ, ਇੱਕ ਡੋਬਦਾ ਜੋ ਹੋਇਆ ਜਹਾਜ਼ ਹੈ, ਜਿਹੜਾ ਵੀ ਇਸ ਤੋਂ ਦੇਖੋ ਮੌਕਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਮੌਕਾ ਪ੍ਰਸਤੀ ਹੈ ਜਾਂ ਕੀ ਗੱਲ ਹੈ, ਪਰ ਜੇਕਰ ਕੋਈ ਇੱਕ ਇੰਨੀਆਂ ਪੁਰਾਣੀਆਂ ਫੈਮਲੀਜ਼ ਨੇ ਜਿਹੜੀਆਂ ਆਲਰੇਡੀ ਕਾਂਗਰਸ ਦੇ ਨਾਲ ਜਿਹਨਾਂ ਦਾ 40-40 50-50 ਸਾਲ ਦਾ ਉਹਨਾਂ ਦੇ ਪਰਿਵਾਰਾਂ ਦੀ ਦੇਣ ਹੈ ਕਾਂਗਰਸ ਪਾਰਟੀ ਨੂੰ ਜੀ, ਤੇ ਅੱਜ ਲੋਕ ਛੱਡ ਕੇ ਜਾ ਰਹੇ ਨੇ ਤੇ ਉਹਦੇ ਵਿੱਚ ਪਾਰਟੀ ਦੇ ਵਿੱਚ ਕੋਈ ਨਾ ਕੋਈ ਕਮੀ ਤਾਂ ਹੋਊਗੀ, ਜਿਹੜੇ ਆਪਣੇ ਲੀਡਰਸ਼ਿਪ ਨੂੰ ਇਕੱਠੇ ਰੱਖ ਨਹੀਂ ਪਾ ਰਹੇ ਔਰ ਮੈਂ ਸਮਝਦਾ ਵੀ ਇਹ ਉਹਨਾਂ ਦਾ ਇੰਡੀਵਿਜੂਅਲ ਇਸ ਦੇ ਉੱਤੇ ਹੈਗਾ ਵੀ ਉਹਨਾਂ ਨੇ ਬੀਜੇਪੀ ਜੁਆਇਨ ਕਰਨੀ ਹੈ ਜਾਂ ਉਹ ਕੀ ਕਰਨਾ ਚਾਹੁੰਦੇ ਨੇ। ਪਰ ਮੈਂ ਸਮਝਦਾ ਵੀ ਜਿਹੜਾ ਜਿਸ ਤਰੀਕੇ ਨਾਲ ਉਹ ਉਹਨਾਂ ਦੇ ਅੰਦਾਜ਼ ਨੇ ਜਾਂ ਜਿਸ ਤਰੀਕੇ ਨਾਲ ਮਿਲ ਰਹੇ ਨੇ ਬੀਜੇਪੀ ਲੀਡਰਸ ਨੂੰ, ਹੋ ਸਕਦਾ ਹੈ ਉਹਨਾਂ ਦਾ ਵੀ ਮਨ ਆਲਮੋਸਟ ਭਰਿਆ ਹੋਵੇ। ਕਾਫੀ ਲੋਕ ਬੀਜੇਪੀ ਵੱਲ ਆਉਣਾ ਚਾਹੁੰਦੇ ਨੇ ਕਿਉਂਕਿ ਪਾਰਟੀ ਜਿਹੜਾ ਨਾ ਇੱਕ ਨੈਸ਼ਨਲਿਸਟ ਪਾਰਟੀ ਹੈ, ਦੇਸ਼ ਭਗਤੀ ਦੇ ਨਾਂ ਤੇ ਪਾਰਟੀ ਚੱਲ ਰਹੀ ਹੈ ਔਰ ਮੈਂ ਸਮਝਦਾ ਵੀ ਇਟ ਇਜ਼ ਗੁੱਡ ਫਿਊਚਰ ਫॉर एवरीबॉडी। मतलब लगता है बाजवा साहब ਤੁਹਾਨੂੰ ਕਿਉਂਕਿ ਤੁਸੀਂ ਵੀ ਕਾਂਗਰਸ ਤੋਂ ਆਏ ਹੋ ਕਿ ਉਸ ਪਾਰਟੀ ਔਰ ਇਸ ਪਾਰਟੀ 'ਚ ਬਹੁਤ ਫਰਕ ਹੈ ਔਰ ਤੁਸੀਂ ਖੁਸ਼ ਹੋ ਇਸ ਪਾਰਟੀ 'ਚ ਆ ਕੇ? ਨਹੀਂ, ਮੈਂ ਤਾਂ ਬਹੁਤ ਖੁਸ਼ ਹਾਂ ਕਿਉਂਕਿ ਰੀਜ਼ਨ ਇਹ ਹੈ ਵੀ ਇਸ ਪਾਰਟੀ ਨੂੰ ਆਪਣੇ ਲੋਕਾਂ ਦੀ ਪਹਿਚਾਣ ਹੈ ਨਹੀਂ, ਅਸੀਂ ਆਪਣੇ ਬਜ਼ੁਰਗਾਂ ਦਾ ਬਲੀਦਾਨ ਦਿੱਤਾ ਹੈ ਇਸ ਪਾਰਟੀ ਲਈ ਔਰ ਇਸ ਆਪਣੇ ਦੇਸ਼ ਲਈ, ਤੇ ਜੇ ਇਹਨਾਂ ਬੰਦੇ ਜਿਹੜੇ ਇਹ ਪਾਰਟੀ ਨੂੰ ਸਾਂਭ ਹੀ ਨਹੀਂ ਸਕਦੇ, ਜਿਹੜੇ ਸਾਈਕੋਫੈਂਸੀ ਵਿੱਚ ਪਾਰਟੀ ਡੁੱਬ ਗਈ ਹੈ ਔਰ ਜਿਹੜਾ ਸਾਡੇ ਕੋਲ ਜਿਹੜਾ ਬੰਦੇ ਦੇ ਆਪਣੀਆਂ ਬਾਹਾਂ 'ਚ ਜਾਨ ਹੁੰਦੀ ਉਹ ਸਾਈਕੋਫੈਂਸ ਨਹੀਂ ਹੁੰਦਾ ਜੀ, ਉਹ ਆਪਣੀ ਦਲੀਲ ਤੇ ਆਪਣੇ ਕੰਮ ਦੇ ਉੱਤੇ ਪਾਰਟੀ ਦੇ ਵਿੱਚ ਕੰਮ ਕਰਦਾ ਹੈ ਔਰ ਹੁਣ ਕਾਂਗਰਸ ਵਿੱਚ ਮੈਂ ਦੇਖਿਆ ਵੀ ਸਾਈਕੋਫੈਂਸੀ ਦੇ ਨਾਂ ਦੇ ਉੱਤੇ ਕਾਂਗਰਸ ਦਾ ਜਿਹੜਾ ਦਿਨੋਂ ਦਿਨ ਨਿਗਾਰ ਹੋਏ ਦਿਨੋਂ ਦਿਨ ਡੁੱਬ ਰਹੀ ਹੈ, ਇਹ ਥੋੜੇ ਚਿਰ ਤੱਕ ਇੱਕ ਵਾਰ ਤੇ ਬਿਲਕੁਲ ਨੀਚੇ ਆ ਜਾਏਗੀ
ਤੇ ਉਸ ਤੋਂ ਬਾਅਦ ਦੇਖੋ ਬਾਕੀ ਤੇ ਵਕਤ ਹੀ ਦੱਸਦਾ ਜੀ। ਠੀਕ ਹੈ, ਪਰ ਠੀਕ ਹੈ। ਬੀਜੇਪੀ ਇਜ਼ ਦਾ ਬੈਸਟ ਬੈਟ ਐਂਡ ਗੁੱਡ ਪਾਰਟੀ। ਠੀਕ ਹੈ, ਠੀਕ ਜਿਹੜੇ ਹੈ ਬਾਜਵਾ ਦੇਸ਼ ਦੇ ਸਾਹਿਬ। ਪ੍ਰਤੀ ਚੰਗਾ ਕੰਮ ਕਰ ਰਹੀ ਹੈ। ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਧੰਨਵਾਦ ਹੈ। ਸੋ ਸਿੱਧੇ ਤੌਰ ਤੇ ਇੱਕ ਵੱਡਾ ਝਟਕਾ ਕਹਿ ਸਕਦੇ ਹਾਂ ਔਰ ਵੱਡੀ ਖਬਰ